ਸਰਦਾਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਪੁੱਠਾ ਰਾਹ। ਜਦੋਂ ਦੀਪਾ ਬਲਾਕ ਸੰਮਤੀ ਦੇ ਚੇਅਰਮੈਨ ਸਰਦਾਰ ਅਰਜਿੰਦਰ ਸਿੰਘ ਦੀ ਹਵੇਲੀ ਪਹੁੰਚਿਆ, ਸਰਦਾਰ ਨੇ ਬੈਠਕ ਦੇ ਸੋਫੇ ਵਿੱਚ ਧੱਸਦਿਆਂ ਉਹਨੂੰ ਆਪਣੀ ਗਲਵੱਕੜੀ 'ਚ ਕੱਸ ਲਿਆ। ਥੋੜ੍ਹੇ ਚਿਰ ਪਿੱਛੋਂ ਸ਼ਰਾਬ ਦੀ ਬੋਤਲ ਮੇਜ਼ ਉੱਤੇ ਸੀ ਤੇ ਪੈਗ ਸਰਦਾਰ ਦੇ ਹੱਥ। ਸੰਘੋਂ ਹੇਠਾਂ ਸ਼ਰਾਬ ਉਤਾਰਦਿਆਂ ਸਰਦਾਰ ਦੀਪੇ ਨੂੰ ਵੇਖ ਕੇ ਮੁਸਕਰਾਇਆ ਤੇ ਕੁੰਡੀਆਂ ਮੁੱਛਾਂ ਤੇ ਹੱਥ ਫੇਰਨ ਲੱਗਾ। ਸੁਣਾ ਫਿਰ, ਹੋਰ ਕੀ ਹਾਲ ਚਾਲ ਹੈ? ਉਸ ਗਲਾ ਸਾਫ਼ ਕੀਤਾ। ਠੀਕ ਹੈ। ਦੀਪ ਹੈਰਾਨ ਸੀ ਤੇ ਚਾਹੁੰਦਾ ਸੀ ਸਰਦਾਰ ਜੋ ਕਹਿਣਾ ਚਾਹੁੰਦਾ ਛੇਤੀ ਕਹਿ ਲਵੇ। ਛਿੱਟ ਪੀ ਫਿਰ। ਨਹੀਂ, ਮਿਹਰਬਾਨੀ, ਤੁਸੀਂ ਕਹੋ ਜੋ ਕਹਿਣਾ ਚਾਹੁੰਦੇ ਹੋ। ਕਿਉਂ, ਇੱਥੇ ਦਮ ਘੁੱਟਦਾ? ਸਰਦਾਰ ਨੇ ਦੀਪੇ ਨੂੰ ਡੂੰਘਿਆਂ ਤੱਕਿਆ ਤੇ ਇੱਕ ਵਾਰਗੀ ਉਹਦੀ ਨਜ਼ਰ ਵਧੀਆ ਖੁੱਲ੍ਹੀ ਬੈਠਕ ਦੇ ਚੁਫੇਰੇ ਘੁੰਮਦੀ ਸਾਹਮਣੇ ਦਰਵਾਜ਼ਿਓਂ ਬਾਹਰ ਖੜੋਤੇ ਟਰੈਕਟਰ 'ਤੇ ਜਾ ਟਿਕੀ। ਤੂੰ ਵੇਖ ਲੈ, ਜੋ ਕੁਝ ਕਰਦਾ ਤੇਰੇ ਲਈ ਠੀਕ ਨਹੀਂ। ਤੂੰ ਆਪਣਾ ਹਾਣੀ ਹੈ, ਤੈਨੂੰ ਇੰਜ ਨਹੀਂ ਚਾਹੀਦਾ। ਦੀਪੇ ਨੂੰ ਖੁੜਕ ਗਈ। ਜੋ ਉਹ ਉਹਨੂੰ ਕਹਿਣਾ ਚਾਹੁੰਦਾ ਸੀ ਉਹ ਸਾਵਧਾਨ ਹੋ ਗਿਆ। ਤੂੰ ਆਪਣਾ ਹਾਣੀ ਹੈ, ਦੀਪੇ ਨੇ ਸੋਚਿਆ ਇਸ ਵਿੱਚ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਸੀ। ਫਿਰ ਉਸ ਸੋਫੇ ਉੱਤੇ ਆਪਣੇ ਦੋਹਾਂ ਦੇ ਸਰੀਰਾਂ ਨੂੰ ਵੇਖਿਆ ਤੇ ਮਨ ਹੀ ਮਨ ਮੁਸਕਰਾਇਆ। ਸੋਫੇ ਉੱਤੇ ਵੀ ਪਤਾ ਨਹੀਂ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਬੈਠਾ ਸੀ। ਸਰਦਾਰ ਜੀ, ਮਹਿੰਦਰ ਜੈਲਦਾਰਾਂ ਦੇ ਨੇ ਜਿਹੜੇ ਛੋਟੇ ਭਰਾ ਤੋਂ ਸਵੇਰੇ 5 ਕਿਲੋ ਅਫੀਮ ਫੜੀ ਗਈ ਸੀ ਤੇ ਜੋ ਸ਼ਾਇਦ ਸਰਦਾਰ ਦੀ ਸਹਾਇਤਾ ਨਾਲ ਪੁਲਿਸ ਤੋਂ ਕਿਸੇ ਬਚਾਅ ਦੀ ਆਸ ਨਾਲ ਆਇਆ ਸੀ, ਦਰਵਾਜ਼ੇ ਕੋਲ ਖੜੋ ਕੇ ਆਵਾਜ਼ ਦਿੱਤੀ। ਮੈਂ ਆਇਆ। ਸਰਦਾਰ ਮਹਿੰਦਰ ਨਾਲ ਗੱਲਾਂ ਕਰਦਾ ਬੈਠਕੋਂ ਬਾਹਰ ਹਵੇਲੀ ਦੀ ਇੱਕ ਨੁੱਕਰ ਨੂੰ ਤੁਰ ਪਿਆ। ਸੋਫੇ ਉੱਤੇ ਬੈਠਾ ਦੀਪ ਬੁੜਬੁੜਾਇਆ, ਤੂੰ ਆਪਣਾ ਹਾਣੀ ਹੈ। ਤੇ ਉਹਦੀਆਂ ਅੱਖਾਂ ਅੱਗੋਂ ਉਹ ਦਿਨ ਗੁਜ਼ਰੇ ਜਦੋਂ ਅਰਜਿੰਦਰ ਦੇ ਸਰਦਾਰ ਪਿਓ ਦੀ ਇਲਾਕੇ ਵਿੱਚ ਤੂਤੀ ਬੋਲਦੀ ਸੀ। ਅੰਗਰੇਜ਼ਾਂ ਦੀ ਸੇਵਾ ਕਰਨ ਦੇ ਬਦਲੇ ਉਹਨੂੰ ਬਹੁਤ ਸਾਰੀ ਜ਼ਮੀਨ ਇਨਾਮ ਵਜੋਂ ਮਿਲੀ ਸੀ। ਇਸ ਜ਼ਮੀਨ ਉੱਤੇ ਦੀਪੇ ਦੇ ਪਿਓ ਦਾ ਹੀ ਨਹੀਂ, ਪਿੰਡ ਦੇ ਅਨੇਕ ਗਰੀਬ ਕਿਸਾਨਾਂ ਦਾ ਗੁਜ਼ਾਰਾ ਚੱਲਦਾ ਸੀ। ਜ਼ਮੀਨ ਸਰਦਾਰ ਦੀ ਸੀ ਤੇ ਵਾਹੁੰਦੇ ਸਨ ਉਹ ਲੋਕ। ਲੋਕਾਂ ਤੋਂ ਜਿਵੇਂ ਬਣਿਆ ਆਇਆ ਸੀ, ਵਾਹੁੰਦੇ ਬੀਜਦੇ ਉਹ ਤੇ ਹਿੱਸਾ ਰੋਲ ਕੇ ਲੈ ਜਾਂਦਾ ਸਰਦਾਰ। ਸਰਦਾਰ ਦਾ ਘਰ ਭਰਿਆ ਭਰਿਆ ਤੇ ਕਿਸਾਨਾਂ ਦਾ ਢਿੱਡ ਖਾਲੀ ਦਾ ਖਾਲੀ। ਇਹ ਇੰਜ ਹੀ ਚੱਲਦਾ ਰਿਹਾ, ਇੰਜ ਹੀ ਚੱਲਦਾ ਰਿਹਾ। ਤੇ ਹੁਣ ਸਮੇਂ ਬਦਲੇ ਸਨ। ਦੇਸ਼ ਆਜ਼ਾਦ ਹੋ ਗਿਆ ਸੀ। ਆਜ਼ਾਦੀ ਤੋਂ ਪਹਿਲਾਂ ਅਰਜਿੰਦਰ ਦੇ ਪਿਓ ਦੀ ਇਲਾਕੇ ਵਿੱਚ ਸਰਦਾਰੀ ਸੀ ਤੇ ਹੁਣ ਅਰਜਿੰਦਰ ਇਲਾਕੇ ਦੀ ਮੰਨੀ ਪਰਮੰਨੀ ਹਸਤੀ ਸੀ। ਬਲਾਕ ਸੰਮਤੀ ਦਾ ਉਹ ਚੇਅਰਮੈਨ ਸੀ ਤੇ ਉਹਦੇ ਸਰਕਾਰੀ ਦਰਬਾਰੇ ਪਹੁੰਚ ਸੀ। ਬੱਦੀਆਂ ਛੁਟਾਉਣ ਦੀ ਉਸ ਵਿੱਚ ਅਜੇ ਤਾਕਤ ਸੀ। ਪਰ ਹੁਣ ਸਮੇਂ ਬਦਲੇ ਸਨ ਤੇ ਜਿਵੇਂ ਚੱਲਦਾ ਆ ਰਿਹਾ ਸੀ, ਹੁਣ ਕੁਝ ਲੋਕ ਕਹਿਣ ਲੱਗ ਪਏ ਸਨ, ਇੰਜ ਨਹੀਂ ਚੱਲੇਗਾ। ਵਾਹੇ ਬੀਜੇ ਕੋਈ ਤੇ ਖਾਵੇ ਲੁੱਟੇ ਕੋਈ। ਇਹ ਨਹੀਂ ਹੋ ਸਕੇਗਾ। ਤੇ ਜਿਨ੍ਹਾਂ ਕੀੜਿਆਂ ਨੂੰ ਇਹ ਖੰਭ ਨਿਕਲੇ ਸਨ, ਉਹਨਾਂ ਵਿੱਚ ਦੀਪਾ ਵੀ ਇੱਕ ਸੀ ਤੇ ਇਸ ਇਲਾਕੇ ਵਿੱਚ ਦੂਜਿਆਂ ਦਾ ਮੋਹਰੀ। ਉਹ ਕਹਿੰਦਾ ਸੀ ਅੱਗੇ ਸਰਦਾਰ ਨੇ ਟਰੈਕਟਰ ਲਿਆ ਕੇ ਬਹੁਤ ਸਾਰੇ ਵਾਹਕਾਂ ਨੂੰ ਬੇਦਖਲ ਕੀਤਾ ਸੀ ਤੇ ਹੁਣ ਦੂਸਰਾ ਟਰੈਕਟਰ ਲਿਆ ਕੇ ਉਹ ਸਾਰੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਪਰ ਦੀਪੇ ਵਰਗੇ ਕਹਿਣ ਲੱਗ ਪਏ ਸਨ ਕਿ ਉਹ ਜ਼ਮੀਨ ਛੱਡਣਗੇ ਨਹੀਂ। ਇਸ ਜ਼ਮੀਨ ਵਿੱਚ ਉਹਨਾਂ ਦੇ ਬਾਪ ਦਾਦੇ ਦਾ ਲਹੂ ਤੇ ਮੁੜਕਾ ਡੁੱਲਾ ਹੈ ਤੇ ਉਹ ਤਾਂ ਇਸ ਤੋਂ ਅੱਗੇ ਦੀਆਂ ਮਾਰਨ ਲੱਗ ਪਏ ਸਨ ਕਿ ਇੱਥੇ ਕੋਈ ਟਰੈਕਟਰਾਂ ਤੇ ਹਵੇਲੀਆਂ ਵਾਲਾ ਵਿਸਕੀ ਦੇ ਨਸ਼ੇ ਵਿੱਚ ਗੁੰਮ ਤੇ ਦੂਜੇ ਪਾਸੇ ਢੱਠੀ ਕੁੱਲੀ ਤੇ ਮਾੜੇ ਸੰਡਿਆਂ ਵਾਲਾ ਦਾਲ ਰੋਟੀ ਨੂੰ ਤਰਸਦਾ ਹੈ, ਇੰਨੇ ਫਰਕ ਨਾਲ ਨਹੀਂ ਰਹੇਗਾ। ਇਹ ਹਲੂਣਾ ਸੀ ਜਿਸ ਨਾਲ ਲੋਕ ਜਾਗ ਪਏ ਸਨ ਤੇ ਜਦੋਂ ਕੋਈ ਜਾਗ ਪਏ ਉਹ ਆਪਣੇ ਹੱਕ ਲਈ ਮਰਨ ਮਾਰਨ ਲਈ ਵੀ ਤਿਆਰ ਹੋ ਜਾਂਦਾ ਸੀ। ਤੇ ਉਹ ਕਹਿੰਦੇ ਸਨ ਪੁਲਿਸ ਤੇ ਤਾਕਤ ਦੇ ਜ਼ੋਰ ਨਾਲ ਕੋਈ ਇੱਕ ਵਾਰ ਉਹਨਾਂ ਨੂੰ ਦਬਾ ਲਏਗਾ, ਪਰ ਸਦਾ ਲਈ ਨਹੀਂ। ਤੇ ਇਸ ਇਲਾਕੇ ਵਿੱਚ ਦੀਪਾ ਇਸ ਪੁਆੜੇ ਦੀ ਜੜ ਸੀ। ਇਸ ਜੜ ਨੂੰ ਤਰੀਕੇ ਨਾਲ ਪੁੱਟਣ ਲਈ ਅਰਜਿੰਦਰ ਸਿੰਘ ਨੇ ਅੱਜ ਦੀਪੇ ਨੂੰ ਬੁਲਾਇਆ ਸੀ। ਮਹਿੰਦਰ ਨੂੰ ਤੋਰ ਕੇ ਸਰਦਾਰ ਅੰਦਰ ਆਇਆ ਤੇ ਇੱਕ ਪੈਗ ਭਰ ਕੇ ਡੀਕ ਗਿਆ। ਯਾਰ ਤੂੰ ਵੀ ਪੀ, ਤੁਪਕਾ ਕੁ ਤੇ ਦਿਲੋਂ ਗੁੱਸਾ ਗਵਾ ਦੇ। ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਦੱਸ। ਜਿੰਨੀ ਜ਼ਮੀਨ ਤੂੰ ਵਾਹੁਣੀ ਚਾਹੁੰਦਾ ਵਾਹ, ਪਰ ਆ ਹੋਰਨਾਂ ਦੇ ਉਂਗਲਾਂ ਨਾ ਦੇ। ਉਸ ਦੀਪੇ ਵੱਲ ਗਹੁ ਨਾਲ ਤੱਕਿਆ। ਤੂੰ ਆਪਣਾ ਹਾਣੀ ਹੈ ਦੀਪਿਆ। ਉਹ ਦਿਨ ਚੇਤੇ ਹੀ ਜਦੋਂ ਆਪਾਂ ਅਸਲੋਂ ਨਿੱਕੇ ਨਿੱਕੇ ਬੇਰ ਤੋੜਨ ਜਾਇਆ ਕਰਦੇ ਸੀ। ਬੱਲੇ ਬੱਲੇ,
ਉਹ ਹਾਂ, ਸਰਦਾਰ ਲੋਰ 'ਚ ਹੱਸਿਆ। ਬੀਤੇ ਦੀ ਯਾਦ ਦੀਪੇ ਦੀਆਂ ਅੱਖਾਂ ਅੱਗੇ ਆ ਖੜੋਤੀ। ਉਹ ਛੋਟੇ ਛੋਟੇ ਸਨ। ਦੀਪਾ, ਅਰਜਿੰਦਰ ਤੇ 3-4 ਹੋਰ ਮੁੰਡੇ ਬੇਰਾਂ ਦੀ ਰੁੱਤੇ ਖੇਤਾਂ ਨੂੰ ਬੇਰ ਖਾਣ ਨਿਕਲਦੇ। ਅਰਜਿੰਦਰ ਉਹਨਾਂ ਤੋਂ 2 ਸਾਲ ਵੱਡਾ ਸੀ ਤੇ ਉਂਝ ਵੀ ਚਲਾਕ। ਉਹ ਕਈ ਵਾਰ ਆਪਣੇ ਪਿਓ ਦੀ ਘੁੱਗੀਆਂ ਮਾਰਨ ਵਾਲੀ ਬੰਦੂਕ ਵੀ ਨਾਲ ਲੈ ਆਉਂਦਾ ਸੀ। ਉਹਦੇ ਪਿਓ ਦੀ ਸਰਦਾਰੀ, ਉਹਦੀ ਬੰਦੂਕ ਦਾ, ਉਹਦੀ ਵੱਡੀ ਉਮਰ, ਤਕੜੇ ਸਰੀਰ ਤੇ ਸੋਹਣੇ ਕੱਪੜਿਆਂ ਦਾ ਮੁੰਡਿਆਂ ਉੱਤੇ ਰੋਹਬ ਵੀ ਹੁੰਦਾ ਤੇ ਡਰ ਵੀ। ਬੱਚਿਆਂ ਨੂੰ ਇਕੱਲੇ ਦੁਕੱਲੇ ਖੇਤਾਂ ਵਿੱਚ ਰੁੱਖਾਂ ਦੀ ਝੰਗੀ ਵੱਲ ਜਾਣ ਤੋਂ ਡਰਾਉਣ ਲਈ ਹੀ ਵਡੇਰਿਆਂ ਨੇ ਸ਼ਾਇਦ ਇਹ ਕਹਾਣੀ ਘੜੀ ਹੋਈ ਸੀ। ਉਹਨਾਂ ਸਾਰਿਆਂ ਦਾ ਵਿਚਾਰ ਸੀ ਕਿ ਉਹਨਾਂ ਖੇਤਾਂ 'ਚ ਕੋਈ ਬਘਿਆੜ ਰਹਿੰਦਾ ਸੀ। ਤੇ ਜਦੋਂ ਸਾਰੇ ਬੱਚੇ ਚੁਰਾਹੇ 'ਚ ਖੜੇ ਹੁੰਦੇ ਤਾਂ ਰਜਿੰਦਰ ਹਵਾ ਨੂੰ ਉਂਗਲ ਨਾਲ ਚੀਰਦਾ, ਵੇਖੋ ਜਿਹਨੇ ਮੇਰੇ ਨਾਲ ਜਾਣਾ ਉਹਦੇ ਅੱਧੇ ਬੇਰ ਮੈਂ ਵੰਡਾ ਲੈਣੇ ਨੇ, ਜਿਹਨੇ ਮੇਰੇ ਨਾਲ ਨਹੀਂ ਜਾਣਾ ਉਹ ਪਰਾਂ ਹੋ ਜਾਏ ਤੇ ਦੂਜੇ ਰਾਹ ਪੈ ਜਾਏ, ਆਪੇ ਬਘਿਆੜ ਉਹਨੂੰ ਪਾੜ ਖਾਏਗਾ। ਕੋਈ ਵੀ ਬੱਚਾ ਬਘਿਆੜ ਦੇ ਡਰ ਤੋਂ ਦੂਜੇ ਰਾਹ ਨਾ ਜਾਂਦਾ, ਕਿਉਂਕਿ ਉਹਨਾਂ ਨੂੰ ਡਰ ਹੁੰਦਾ ਸੀ ਕਿ ਬਘਿਆੜ ਉਹਨਾਂ ਨੂੰ ਖਾ ਜਾਏਗਾ। ਵਿਚਾਰੇ, ਉਹਦੀ ਬੰਦੂਕ, ਉਹਦੀ ਤਾਕਤ ਦਾ ਉਹਨਾਂ ਨੂੰ ਬੜਾ ਆਸਰਾ ਸੀ ਤੇ ਸਾਰੇ ਮੁੰਡੇ ਉਹਦੇ ਨਾਲ ਤੁਰ ਪੈਂਦੇ। ਬੇਰੀਆਂ ਤੇ ਚੜ੍ਹ ਕੇ ਉਹ ਬੇਰ ਤੋੜਦੇ, ਕੰਡਿਆਂ ਨਾਲ ਲੱਤਾਂ ਬਾਹਾਂ ਤੇ ਮੂੰਹ ਹੱਥ ਛਿਲਾ ਲੈਂਦੇ, ਕੱਪੜੇ ਪੜਵਾ ਲੈਂਦੇ। ਅਰਜਿੰਦਰ ਹੇਠਾਂ ਖੜੋਤਾ, ਇੱਥੋਂ ਤੋੜੋ ਕਹਿੰਦਾ, ਬੇਰਾਂ ਨਾਲ ਲੱਦੀਆਂ ਟਾਹਣਾਂ ਵੱਲ ਇਸ਼ਾਰੇ ਕਰਦਾ ਰਹਿੰਦਾ। ਤੇ ਫਿਰ ਜਦੋਂ ਉਤਰਦੇ ਉਹ ਬਿਨਾਂ ਕੁਝ ਕੀਤਿਆਂ ਉਹਨਾਂ ਕੋਲੋਂ ਅੱਧਿਓਂ ਬਹੁਤੇ ਬੇਰ ਵੰਡਾ ਲੈਂਦਾ ਤੇ ਐਵੇਂ ਤੋਤਿਆਂ ਵਾਂਗ ਟੁਕ ਟੁਕ ਸੁੱਟੀ ਜਾਂਦਾ। ਉਹਨੂੰ ਕੋਈ ਬੇਰਾਂ ਦੀ ਭੁੱਖ ਥੋੜ੍ਹਾ ਸੀ। ਉਹ ਤਾਂ ਉਹਨਾਂ ਮੁੰਡਿਆਂ ਤੇ ਆਪਣੀ ਸਰਦਾਰੀ ਦਾ ਰੋਹਬ ਕਾਇਮ ਰੱਖਣਾ ਚਾਹੁੰਦਾ ਸੀ। ਦੀਪਾ ਉਦੋਂ ਵੀ ਦਿਲੋਂ ਅਰਜਿੰਦਰ ਤੇ ਕੁੜਦਾ ਹੁੰਦਾ ਸੀ, ਪਰ ਉਹ ਦੂਜੇ ਰਾਹ ਨਹੀਂ ਸੀ ਜਾ ਸਕਦਾ, ਕਿਉਂਕਿ ਦੂਜੇ ਰਾਹ ਤੇ ਉਹਨੂੰ ਇਕੱਲੇ ਨੂੰ ਬਘਿਆੜ ਦੇ ਪਾੜ ਖਾਣ ਦਾ ਡਰ ਹੁੰਦਾ ਸੀ। ਕਿਉਂ, ਫਿਰ ਕੀ ਸਲਾਹ? ਸਰਦਾਰ ਨੇ ਉਹਨੂੰ ਬੀਤੇ ਦੀ ਬੁੱਕਲ ਵਿੱਚੋਂ ਕੱਢਿਆ। ਤੂੰ ਆਪਣੇ ਨਾਲ ਚੱਲ ਹਾਣੀਆਂ। ਦੀਪੇ ਤੁਰਿਆ ਨਾ ਗਿਆ। ਸਰਦਾਰ ਜੀ, ਹਾਣ ਸਿਰਫ ਉਮਰਾਂ ਦਾ ਹੀ ਨਹੀਂ ਹੁੰਦਾ। ਤੇ ਉਹ ਮੇਜ਼ ਤੇ ਪਈ ਸ਼ਰਾਬ ਦੀ ਬੋਤਲ ਵੱਲ ਤੱਕਣ ਲੱਗਾ। ਅਰਜਿੰਦਰ ਨੇ ਉਹਦੀ ਗੱਲ ਸੁਣ ਕੇ ਤਾਕ ਖਾਧਾ, ਪਰ ਫਿਰ ਵੀ ਗੁੱਸਾ ਚੱਪਦਿਆਂ ਬੋਲਿਆ, ਤੂੰ ਪੁੱਠੇ ਰਾਹ ਨਾ ਪੈ, ਪੁੱਠੇ ਰਾਹ ਨਾ ਪੈ। ਉਸ ਰਾਹ ਤੇ ਜਿਹੜਾ ਬਘਿਆੜ ਹੋਏਗਾ ਉਹ ਤੇਰੇ ਨਾਲੋਂ ਭਿਆਨਕ ਨਹੀਂ ਹੁੰਦਾ। ਦੀਪੇ ਨੇ ਉਹਦੀ ਗੱਲ ਵਿੱਚੋਂ ਹੀ ਟੋਕ ਕੇ 2 ਟੁਕ ਫੈਸਲਾ ਦੇ ਦਿੱਤਾ। ਧੰਨਵਾਦ।